ਭਗਤੀ ਕਾਲ ਦੇ ਦੌਰ ਵਿੱਚ ਸ਼੍ਰੀ ਨਾਮਦੇਵ ਜੀ ਮਹਾਰਾਜ ਵੀ ਭਗਤਾਂ ਦੇ ਚੋਂ ਇੱਕ ਉੱਗੇ ਭਗਤ ਹੋਏ ਹਨ। ਆਪ ਦੀ ਮਾਤਾ ਗੌਨਾ ਬਾਈ ਔਰ ਆਪ ਦੇ ਪਿਤਾ ਦਾ ਨਾਮ ਰਾਮ ਸੇਠੀ ਸੀ। ਨਰਸੀ ਬਾਮਣੀ ਪਿੰਡ ਨਾਮਕ ਗ੍ਰਾਮ ਦੇ ਵਿੱਚ ਕਸਬੇ ਦੇ ਵਿੱਚ ਆਪ ਦਾ ਜਨਮ ਹੋਇਆ, ਜੋ ਜ਼ਿਲ੍ਹਾ ਸਿਤਾਰਾ ਦੇ ਵਿੱਚ ਹੈ। ਬਚਪਨ ਤੋਂ ਹੀ ਮਾਂ-ਬਾਪ ਤੋਂ ਪਾਵਨ ਸੰਸਕਾਰ ਮਿਲਣ ਦੇ ਕਾਰਨ ਆਪ ਦਾ ਰਜੂ ਬਚਪਨ ਤੋਂ ਹੀ ਭਗਤੀ ਭਾਵਨਾ ਵਾਲਾ ਸੀ, ਪ੍ਰਭੂ ਦੀ ਤਰਫ ਸੀ। ਬੱਚਿਆਂ ਦੇ ਨਾਲ ਖੇਡਦਿਆਂ ਆਇਆਂ ਵੀ ਆਪ ਹਰੀ ਚਿੰਤਨ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੋਏ। ਦੁਨਿਆਵੀ ਤਾਲੀਮ ਆਪ ਨੇ ਹਾਸਲ ਕੀਤੀ, ਲੇਕਿਨ ਆਪ ਦੇ ਅੰਦਰ ਨਿਰਗੁਣ ਬ੍ਰਹਮ ਦੀ ਉਪਾਸਨਾ ਪ੍ਰਬਲ ਰੂਪ ਦੇ ਵਿੱਚ ਘਰ ਕਰਦੀ ਗਈ। ਇਹ ਗੱਲ ਵੱਖਰੀ ਹੈ ਕਿ ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਤੇ ਦੇਸ਼ ਦੀ ਬਣੀ ਹੋਈ ਸੰਸਕ੍ਰਿਤੀ ਦੇ ਮੁਤਾਬਕ ਆਪ ਕੁਝ ਮੰਦਰਾਂ ਦੇ ਦਰਸ਼ਨ ਕਰਨ ਲਈ ਵੀ ਗਏ, ਜੈਸੇ ਕਿ ਆਪ ਦੀ ਬਾਣੀ ਤੋਂ ਵੀ ਪਤਾ ਚੱਲਦਾ ਹੈ। ਲੇਕਿਨ ਮੰਦਰ ਦੇ ਵਿੱਚ ਜੋ ਆਪ ਨਾਲ ਵਿਵਹਾਰ ਹੋਇਆ ਉਸ ਦਾ ਵੀ ਆਪ ਜ਼ਿਕਰ ਕਰਦੇ ਨੇ। ਹਸਤ ਖੇਲਤ ਤੇਰੇ ਦੇਹਵਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮੰਦਰ ਦੇ ਵਿੱਚ ਭਗਤੀ ਕਰਦਿਆਂ, ਪ੍ਰਭੂ ਦੇ ਗੀਤ ਗਾਉਂਦਿਆਂ ਕਿਉਂ ਉਠਾਏ ਗਏ, ਕਿਉਂ ਬਾਹਰ ਕੱਢੇ ਗਏ? ਕਿਉਂਕਿ ਸ਼ੂਦਰ ਜਾਤੀ ਦੇ ਸਨ ਤੇ ਸ਼ੂਦਰ ਜਾਤੀ ਲਈ ਮੰਦਰਾਂ ਦਾ ਪ੍ਰਵੇਸ਼ ਬੰਦ ਸੀ। ਆਪ ਸਵੈਮ ਕਹਿੰਦੇ ਨੇ, ਹਸਤ ਖਲਿਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਮੁਕੋ ਕਾਹੇ ਕੋ ਆਇਆ। ਭਗਤੀ ਭਾਵ ਵਿੱਚ ਭਿੱਜੇ ਗੀਤ ਆਪ ਜੋ ਗਾ ਰਹੇ ਸਨ ਤੇ ਮੰਦਰਾਂ ਵਿੱਚ ਜੋ ਕਥਾ ਕੀਰਤਨ ਹੁੰਦਾ ਸੀ ਉਸ ਦੇ ਜੋ ਸੁਣਨ ਦਾ ਆਪ ਦੇ ਅੰਦਰ ਸ਼ੌਕ ਸੀ, ਲੇਕਿਨ ਬ੍ਰਾਹਮਣਾਂ ਦਾ ਜੋ ਵਿਵਹਾਰ ਸੀ ਉਸ ਤੋਂ ਦੁਖਤ ਹੋ ਕੇ ਆਪ ਕਹਿੰਦੇ ਨੇ, ਛੀਪੇ ਕੇ ਜਨਮ ਮੋਕੋ ਕਾਹੇ ਕੋ ਆਇਆ। ਹੇ ਪ੍ਰਭੂ, ਤੂੰ ਛੀਂਬੇ ਦੇ ਘਰ ਮੈਨੂੰ ਜਨਮ ਕਿਉਂ ਦਿੱਤਾ? ਕਿਉਂਕਿ ਭਗਤੀ ਕਰਨ ਦਾ ਅਖਤਿਆਰ ਲੋਕੀ ਮੈਨੂੰ ਨਹੀਂ ਦੇਂਦੇ। ਮੰਦਰਾਂ ਦੇ ਚੋਂ ਧੱਕੇ ਮਾਰ ਕੇ ਕੱਢਦੇ ਨੇ। ਲੈ ਕਮਲੀ ਚਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ। ਆਖਿਰ ਆਪਣਾ ਚਦਰਾ ਵਿਛਾ ਕੇ ਜਿਸ ਦੇ ਉੱਤੇ ਉਹ ਬੈਠਾ ਹੋਇਆ ਸੀ ਉਹਨੂੰ ਸੰਭਾਲ ਕੇ ਸਮੇਟ ਕੇ ਮੰਦਰ ਦੇ ਪਿਛਵਾੜੇ ਜਾ ਬੈਠਾ। ਆਪ ਦਾ ਹੀ ਵਾਕ ਹੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਾ ਦੇਹੁਰਾ ਫਿਰੇ। ਜੈਸੇ ਜੈਸੇ ਉਹ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਵਿੱਚ ਲੀਨ ਹੁੰਦੇ ਨੇ, ਵੈਸੇ ਵੈਸੇ ਮੰਦਰ ਫਿਰਦਾ ਹੈ। ਔਰ ਮੰਦਰ ਦਾ ਜੋ ਮੁੱਖ ਦੁਆਰ ਸੀ ਉਸ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ, ਮੂਰਤੀਆਂ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਔਰ ਪੰਡੀਆਂ ਦੀ ਤਰਫ ਪਿਛਵਾੜ ਲਾ। ਫੇਰ ਦਿਆ ਨਾਮੇ ਕੋ ਦੇਹੁਰਾ, ਪੰਡੀਅਨ ਕੋ ਪਿਛਵਾੜ ਲਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮਦੇਵ ਮੁਖ ਲਾਇਆ। ਇਹ ਮੰਦਰ ਗੌਂਡਾ ਦੇ ਵਿੱਚ ਅੱਜ ਵੀ ਮੌਜੂਦ ਹੈ। ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਤੋਂ ਗਾਲਬਨ 40 ਮੀਲ ਦੀ ਦੂਰੀ ਤੇ ਔਰੰਗਾਬਾਦ ਰੋਡ ਦੇ ਉੱਤੇ ਇਹ ਗੌਂਡਾ ਨਾਮ ਦਾ ਬਹੁਤ ਵੱਡਾ ਤੀਰਥ ਹੈ। ਇਸ ਔਂਡਾ ਨਾਮ ਦੇ ਤੀਰਥ ਦੇ ਉੱਤੇ ਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਇਹ ਪ੍ਰਭੂ ਦੇ ਗੀਤ ਗਾਏ ਤੇ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਇਹ ਮੰਦਰ ਇਤਿਹਾਸਕ ਮੰਦਰ ਹੈ ਔਰ ਕਸਬੇ ਦਾ ਨਾਂ ਔਂਡਾ ਹੈ। ਮਹਾਰਾਸ਼ਟਰ ਦੇ ਵਿੱਚ ਬੇਸ਼ੁਮਾਰ ਤੀਰਥਾਂ ਦੇ ਚੋਂ ਇਹ ਅਸਥਾਨ ਵੀ ਤੀਰਥ ਸਤਲ ਕਰਕੇ ਬਹੁਤ ਮਸ਼ਹੂਰ ਹੈ ਔਰ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਵੀ ਅਸਥਾਨ ਇਸ ਮੰਦਰ ਦੇ ਵਿੱਚ ਅੱਜ ਬਣਿਆ ਹੋਇਆ ਹੈ। ਭਾਵੇਂ ਆਪ ਸਰੀਰਕ ਰੂਪ ਦੇ ਜਦ ਮੌਜੂਦ ਸਨ ਤਾਂ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਲੇਕਿਨ ਅੱਜ ਉਹਨਾਂ ਦੀ ਮੂਰਤੀ ਮੰਦਰ ਦੇ ਦੁਆਰ ਤੋਂ ਬਾਹਰ ਸਥਾਪਨ ਕੀਤੀ ਹੋਈ ਹੈ ਔਰ ਦੂਰੋਂ ਹੀ ਪੁਜਾਰੀ ਆਵਾਜ਼ ਮਾਰਦੇ ਨੇ, ਸੰਤ ਨਾਮਦੇਵ ਦੇ ਦਰਸ਼ਨ ਕਰੋ, ਸੰਤ ਨਾਮਦੇਵ ਦੇ ਦਰਸ਼ਨ ਕਰੋ। ਲੇਕਿਨ ਇਹ ਅਜੂਬਾ ਪ੍ਰਿਥਵੀ ਤੇ ਮੌਜੂਦ ਹੈ ਕਿ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ, ਮੰਦਰ ਦਾ ਮੂੰਹ
ਦੂਸਰੇ ਪਾਸੇ। ਔਰ ਇਹ ਅਜੂਬਾ ਕਹਿੰਦੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਰਕੇ ਹੋਇਆ, ਕਿਉਂਕਿ ਆਪ ਨੂੰ ਜਦ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਆਪ ਪਿੱਛੇ ਜਾ ਬੈਠੇ ਤਾਂ ਮੂਰਤੀਆਂ ਨੇ ਵੀ ਰੁਖ ਨਾਮਦੇਵ ਦੀ ਤਰਫ ਹੀ ਕਰ ਲਿਆ। ਖੈਰ, ਮਹਾਰਾਸ਼ਟਰ ਦੇ ਵਿੱਚ ਭਰਮਣ ਕਰਦਿਆਂ, ਪ੍ਰਭੂ ਗੀਤ ਗਾਉਂਦਿਆਂ ਆਪ ਮਨੁੱਖਤਾ ਲਈ ਇੱਕ ਪਵਿੱਤਰ ਮਾਹੌਲ ਬਣਾ ਰਹੇ ਸਨ। ਦਰਅਸਲ ਭਗਤ ਦਾ ਹੋਣਾ ਹੀ ਵਾਤਾਵਰਣ ਦਾ ਪਵਿੱਤਰ ਹੋਣਾ ਹੈ। ਉਹਦੇ ਸਰੀਰ ਦੇ ਚੋਂ ਜੋ ਲਹਿਰਾਂ ਨਿਕਲਦੀਆਂ ਨੇ, ਤਿਰੰਗਾ ਨਿਕਲਦੀਆਂ ਨੇ, ਉਹ ਆਸ-ਪਾਸ ਦੇ ਮਾਹੌਲ ਨੂੰ ਪਵਿੱਤਰ ਕਰਦੀਆਂ ਨੇ। ਜੈਸੇ ਕਿ ਭਗਤ ਕਬੀਰ ਦਾ ਕਹਿਣਾ ਹੈ, ਕਬੀਰ ਸੋ ਮੁਖ ਧਨ ਹੈ, ਜੈ ਮੁਖ ਕਈਏ ਰਾਮ, ਦੇਹੀ ਕਿਸਕੀ ਬਾਪੁਰੀ, ਪਵਿੱਤਰ ਹੋਏਗੋ ਗ੍ਰਾਮ। ਦੇਹੀ ਦਾ ਤੇ ਕਹਿਣਾ ਕਿ ਇੱਕ ਸੁਰਤ ਹੋ ਕੇ ਜੋ ਪ੍ਰਭੂ ਗੀਤ ਉਚਾਰਨ ਕਰਨੇ ਨੇ, ਪ੍ਰਭੂ ਸਿਮਰਨ ਕਰਨਾ ਹੈ, ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ, ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ। ਤੋ ਨਾਮਦੇਵ ਨੇ ਥਾਂ ਥਾਂ ਤੇ ਮਹਾਰਾਸ਼ਟਰ ਦੇ ਵਿੱਚ ਭਰਮਣ ਕਰਨਾ ਆਰੰਭ ਕੀਤਾ। ਇਸ ਤੋਂ ਬਾਅਦ ਆਪ ਨੇ ਸਮਸਤ ਭਾਰਤ ਦਾ ਵੀ ਰਟਨ ਕੀਤਾ। ਦਿੱਲੀ ਦੇ ਜਦ ਆਪ ਆਏ ਤੇ ਆਪ ਦੇ ਭਗਤੀ ਭਾਵ ਦੇ ਸੰਗੀਤ ਨੇ ਜਦ ਸਰੋਤਿਆਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਇਆ ਤੇ ਆਪ ਦੇ ਆਲੇ ਦੁਆਲੇ ਬਹੁਤੀ ਭੀੜ ਇਕੱਠੀ ਹੋਈ, ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ, ਜਿਹਨੂੰ ਕਹਿੰਦੇ ਨੇ ਸੱਤ ਤੇ ਸਤਾ ਦਾ ਝਗੜਾ। ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ ਰਾਸ ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ, ਇਤਨਾ ਇਕੱਠ। ਇਸ ਤੋਂ ਸਤਾਧਾਰੀ ਕਈ ਦਫਾ ਖਤਰਾ ਮਹਿਸੂਸ ਕਰਦੇ ਨੇ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ, ਤੇ ਇਹ ਭੀੜ ਕਿਸੇ ਵਕਤ ਸਾਡੇ ਲਈ ਦੁਖਦਾਈ ਸਾਬਤ ਨਾ ਹੋਵੇ। ਲਿਹਾਜ਼ਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਇਹ ਕਪਿਲਾ ਗਊ ਮਰ ਗਈ ਹੈ, ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਤੇ ਤੈਨੂੰ ਛੱਡਾਂਗਾ, ਵਰਨਾ ਨਹੀਂ। ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ 'ਚ ਹੈ। ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਜਨਮ ਤੇ ਮਰਨ ਰਾਮ ਦੇ ਹੱਥ ਦੇ 'ਚ ਹੈ, ਨਾ ਕਿ ਮੇਰੇ ਹੱਥ ਦੇ 'ਚ ਹੈ। ਸੁਲਤਾਨ ਕ੍ਰੋਧ ਦੇ 'ਚ ਆਇਆ, ਗੁੱਸੇ ਦੇ 'ਚ ਆਇਆ ਔਰ ਜੇਲ੍ਹ ਦੇ 'ਚ ਨਾਮਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ। ਦਿੱਲੀ ਦੇ ਪਤਵੰਤਿਆਂ ਨੇ ਆਖਿਰ ਸੋਚਿਆ ਕਿ ਕੀਮਤੀ ਇਨਸਾਨ ਹੈ, ਭਗਤ ਹੈ, ਔਰ ਐਸਾ ਨਾ ਹੋਵੇ ਕਿ ਰਾਜ ਹੱਟ ਦੇ ਸਾਹਮਣੇ ਇਸ ਦੀ ਕੀਮਤੀ ਜਾਨ ਚਲੀ ਜਾਏ। ਤੋ ਸਾਰੇ ਪਤਵੰਤੇ ਸੁਲਤਾਨ ਨੂੰ ਸਮਝਾਉਣ ਲਈ ਗਏ। ਜਦ ਵੀ ਕਦੀ ਰਾਜ ਹੱਟ ਤੇ ਭਗਤੀ ਦਾ ਹੱਟ ਆਪਸ ਦੇ ਵਿੱਚ ਟਕਰਾਉਂਦਾ ਹੈ, ਤੋ ਵਾਕਈ ਰਾਜ ਹੱਟ ਲਈ ਇੱਕ ਕਿਆਮਤ ਹੀ ਨਾਜ਼ਲ ਹੁੰਦੀ ਹੈ। ਐਸਾ ਆਦਿ ਕਾਲ ਤੋਂ ਚੱਲਿਆ ਆ ਰਿਹਾ। ਭਗਤ ਹੱਟ ਕਰਦਾ ਹੈ ਆਪਣੀ ਸਚਾਈ ਤੇ, ਪਰ ਸਤਾਧਾਰੀ ਹੱਟ ਕਰਦਾ ਹੈ ਆਪਣੀ ਸਤਾ ਤੇ, ਆਪਣੀ ਝੂਠ ਤੇ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ, ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜੀ ਬ ਸਿਦਕੋ ਸਫਾ। ਮੈਂ ਸਿਦਕ ਤੇ ਖੜਾ, ਸਚਾਈ ਤੇ ਖੜਾ, ਸਫਾਈ ਤੇ ਖੜਾ। ਐ ਸੁਲਤਾਨ ਤੂੰ ਝੂਠ ਤੇ ਖੜਾ ਹੈ, ਫਰੇਬ ਤੇ ਖੜਾ ਹੈ। ਫਰੇਬ ਤੇ ਖੜਾ ਤੂੰ ਇਸ ਤੋਂ ਅਗਾਂਹ ਪਿਛਾਂ ਨਹੀਂ ਹੋਣਾ ਚਾਹੁੰਦਾ, ਇਹ ਤੇਰਾ ਹੱਟ ਹੈ। ਪਰ ਸੱਚ ਤੇ ਮੈਂ ਖੜਾ, ਮੈਂ ਵੀ ਇਧਰ ਉਧਰ ਨਹੀਂ ਹੋਣਾ ਚਾਹੁੰਦਾ, ਇਹ ਮੇਰਾ ਹੱਟ ਹੈ। ਸੱਤ ਤੇ ਸਤਾਧਾਰੀਆਂ ਦੀ ਆਦਿ ਕਾਲ ਤੋਂ ਹੀ ਨਹੀਂ ਬਣੀ। ਸਤਾਧਾਰੀ ਸਤਵਾਦੀਆਂ ਦੇ ਗੁਣ, ਉਹਨਾਂ ਦੇ ਆਲੇ ਦੁਆਲੇ ਸ਼ਰਧਾਲੂਆਂ ਦੀ ਭੀੜ ਨੂੰ ਵੇਖ ਕੇ ਔਖੇ ਹੁੰਦੇ ਰਹੇ ਨੇ, ਤੇ ਸਤਵਾਦੀ ਸਤਾਧਾਰੀਆਂ ਦੇ ਝੂਠ ਨਾਲ ਕਦੀ ਸਹਿਮਤ ਨਹੀਂ ਹੁੰਦੇ ਰਹੇ। ਤੋ ਨਾਮਦੇਵ ਵੀ ਸਹਿਮਤ ਨਾ ਹੋਏ। ਸੁਲਤਾਨ ਨੇ ਕਹਿ ਦਿੱਤਾ, ਨਾਮਦੇਵ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਵਾਂਗੇ। ਲੇਕਿਨ ਜਦ ਦਿੱਲੀ ਦੇ ਪਤਵੰਤੇ ਸੁਲਤਾਨ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ, ਇਹ ਕੀਮਤੀ ਮਨੁੱਖ ਹੈ, ਇਸ ਦੀ ਹੋਂਦ ਮਨੁੱਖਤਾ ਦੀ ਤਾਮੀਰ ਦੇ ਵਿੱਚ ਸਹਾਇਕ ਹੁੰਦੀ ਹੈ, ਮਦਦਗਾਰ ਹੁੰਦੀ ਹੈ। ਇਹ ਤੇ ਚੰਦਨ ਦਾ ਬ੍ਰਿਕਸ਼ ਹੈ, ਚੱਲਦਾ ਫਿਰਦਾ, ਖੁਸ਼ਬੂਆਂ ਵੰਡਦਾ ਹੈ, ਸੀਤਲਤਾ ਵੰਡਦਾ ਹੈ, ਇਹਨੂੰ ਛੋੜ ਦਿਓ। ਸੁਲਤਾਨ ਕਹਿੰਦੇ ਨੇ,
मैं किसी कीमत ते भी नहीं छड़ना, एक कोई शर्त है, मोई हुई गऊ ये जिवा देवे। पर मोई हुई गऊ नूं जिवाण तो नामदेव ने इनकार किया है। दिल्ली दे धनाड़ सेठा ने भगतां ने आखिर सुल्तान नूं कहा कि नामदेव दे शरीर दा जो वजन है, इतने वजन दा साडे कोल सोना ले लो, चांदी ले लो, नामदेव नूं छड़ दो। तां सुल्तान कहंदा है, माल लौं तां दोज़ख भरों, मैं दोज़खां दे च नहीं जाना, मैं धन माल लैके इस काफर नूं नहीं छड़ना। तो सारे पतवंते हाथ जोड़ के सुल्तान नूं कहंदे ने, मोई होई गऊ नामदेव नहीं जवाना चाहते, धन माल तुसी नहीं लेना चाहते, तां कोई तीसरा तरीसा कड्डो, कोई तीसरा मार्ग कड्डो, ताकि नामदेव की बंद खलासी हो सके। तां तीसरा तरीका सुल्तान ने कहा एक कोई है, ये राम कहना छड़ देवे, ये खुदा खुदा दा रटन करे। नामदेव नूं जद ये गल आखी गई तो कहन लगे, नहीं मैं अपने हठ ते कायम हां। उस समय भरमण दे च नामदेव जी दी माता भी नामदेव जी दे नाल सन, ते मां ने कह दिता, छोड़ राम की ना भजे खुदाए, छड़ जान बचदी है, खुदा खुदा कहना आरंभ कर। नामदेव कहने नहीं, मैं ऐसा नहीं करना, कतई नहीं करना। ते मां कहन लगी, मैं ते कई दफा तेरी जबान तो अल्लाह दी धुनी सुनी है, खुदा दे गीत सुने ने, ते तुम आप ही ते कहंदा रहे हैं राम ते खुदा दे च कोई भेद नहीं है, और तू ऐसे गीत गांदा रहे। नामदेव जी महाराज का ऐसा एक पावन पवित्र वाक गुरु ग्रंथ साहब जी महाराज दे च मौजूद है। मैं अंध ले की टेक तेरा नाम खुंद कारा, मैं गरीब मैं मस्कीन तेरा नाम है आधारा, करीमा रहीमा अल्लाह तू गनी। ये शब्द नामदेव जी महाराज का। करीमा रहीमा अल्लाह तू गनी, हाजरा हजूर दरपेश तो मनी, दरियाओ तू दहिंद तू बिस्यार तू धनी, देह लेह एक तू दिगर को नहीं, तू दाना तू बीना मैं विचार क्या करी, नामे चे स्वामी बख्शिंद तो हरी। इहदे च जितने भी नाम नामदेव जी महाराज ने उच्चारण कीते ने, करीबन करीबन इस्लामी ने। करीमा रहीमा अल्लाह तू गनी, हाजरा हजूर दरपेश तो मनी। तो ये सारे नाम इस्लामी ने। मां ने कहा, तू ते कई दफा अल्लाह अल्लाह दी धुन रटदा है, कई दफा करीम करीम रहीम रहीम करके उच्चारण करदा। अज की है, अज कह दे, जान बख्शी हो जाएगी। तो श्री नामदेव जी महाराज अपनी माता नूं कहंदे ने, उदों जद मैं अल्लाह दा नाम उच्चारण करदा अपनी मौज दे च, अपनी मस्ती दे च, लेकिन अज आखांगा ते मजबूरी दे च। जे अज आखांगा तां जबर हेठ, अज आखांगा तां दबाव हेठ, तो दबाव हेठ कहण वास्ते मैं तैयार नहीं, दबाव दे विच आके ते मैं राम कहण नूं भी तैयार नहीं। मैं खुदा किस तरह आखांगा, मौज नाल कहना, मस्ती नाल कहना, लिहाजा मैं ऐसा नहीं करांगा। कहंदे ने कि सात घड़ी जब बीती सुनी, अजू ना आए त्रिभुवन धनी। नामदेव जी महाराज ने प्रार्थना की थी, हे प्रभु मैं अपना फैसला तेरे हथ छोड़दा, जो तेरी मर्जी। प्रभु अपनी वड्याई चाहंदा जन का जयकार कराई, ऐसा हो जाता है। कई दफा प्रभु दी वड्याई भगतां दे जय जयकार तो प्रगट होंदी है, संतां दे जय जयकार तो प्रगट होंदी है। कहंदे ने मोई हुई गऊ उठ खड़ोई, और बादशाह दे पेट दे सूल पै गए, दर्द होना शुरू होया। इधर मोई हुई गऊ जद जिंदा हुई, इस करामात नूं वेख्या, दूसरे पासे शरीर दे च अथाह पीड़ा नूं वेख्या, तां अपनी करनी ते शर्मसार होया, पछतावा पैदा होया। आके नामदेव दी कदम बोसी कीती,
ਨਾਮਦੇਵ ਦੇ ਕਦਮਾਂ ਤੇ ਆ ਕੇ ਮੱਥਾ ਟੇਕਿਆ। ਤਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜਾ। ਹਰ ਯੁੱਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ, ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ, ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ। ਸ਼੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ ਥਾਂ ਪਰ ਥਾਂ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਢਰਪੁਰ ਆਏ। ਪੰਢਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਔਂਡੇ ਦੇ ਵਿੱਚ ਹੋਇਆ। ਕਿਉਂ ਕਿ ਪੰਢਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜ਼ਾਤ ਦੇ ਛੀਂਬਾ ਨੇ, ਔਰ ਨਵੇਂ ਕੱਪੜਿਆਂ ਨੂੰ ਖੁੰਭ ਤੇ ਚਾੜ ਕੇ ਧੋ ਕੇ ਤੇ ਫਿਰ ਉਹਨਾਂ ਨੂੰ ਰੰਗਣਾ, ਇਹ ਨਾਮਦੇਵ ਦੀ ਕਿਰਤ ਸੀ, ਨਾਮਦੇਵ ਦਾ ਧੰਦਾ ਸੀ। ਲੇਕਿਨ ਭਗਤੀ ਭਾਵ ਦੇ ਗੀਤ ਇਸ ਢੰਗ ਨਾਲ ਚਾਰੋਂ ਪਾਸੇ ਖਿਲੇਰੇ ਕਿ ਪੰਢਰਪੁਰ ਦੇ ਵਸਨੀਕ ਆਪ ਦੀ ਪਰਿਕਰਮਾ ਕਰਨ ਲੱਗੇ, ਭੁੱਲ ਗਏ ਕਿ ਇਹ ਸ਼ੂਦਰ ਹੈ। ਆਖਿਰ ਤਾਰਕਿਕ ਪੁਰੋਹਿਤ ਲੋਕਾਂ ਨੇ, ਵਿਦਵਾਨਾਂ ਨੇ ਆਪ ਤੋਂ ਪੁੱਛਿਆ ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜਿਆ, ਕੀ ਯੁਕਤੀ ਹੈ, ਕੀ ਯੁਕਤੀ ਹੈ, ਆਖਿਰ ਢੰਗ ਕੀ ਵਰਤਿਆ, ਤੌਰ ਤਰੀਕਾ ਕੀ ਵਰਤਿਆ। ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ, ਤਾਂ ਆਪ ਨੇ ਸਾਫ਼ ਕਹਿ ਦਿੱਤਾ ਸੀ, ਤਜ ਭਰਮ ਕਰਮ ਬਿਦ ਨਿਖੇਦ, RAM ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ, RAM ਕਰ ਸਨਈ ਬਿਦ ਨਿਖੇਦ, ਬਿਧੀ ਨਿਸ਼ੇਦ, ਕੋਈ ਵਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ। ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ। ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਮਨੁੱਖ ਦੇ ਅੱਗੋਂ ਰੱਖ ਦਈਏ ਤੇ ਉਹ ਪੀਣ ਦਾ ਢੰਗ ਪੁੱਛੇ, ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ, ਵਿਧੀ ਕੀ ਹੈ, ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ। 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖ ਦਈਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ, ਭੋਜਨ ਕਰਨ ਦਾ ਢੰਗ ਕੀ ਹੈ, ਤੇ ਗੱਲ ਸਪਸ਼ਟ ਹੋ ਗਈ, ਇਸ ਨੂੰ ਭੁੱਖ ਨਹੀਂ ਲੱਗੀ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ, ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ, ਉਹ ਛਕਣ ਲੱਗ ਪੈਂਦਾ, ਖਾਣ ਲੱਗ ਪੈਂਦਾ। ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ। ਸ਼੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ, ਢੰਗ ਕੀ ਹੈ, ਤੌਰ ਤਰੀਕਾ ਕੀ ਹੈ। ਕਬੀਰ ਕਹਿੰਦੇ ਜਦ ਮਨੁੱਖ ਦੇ ਅੰਦਰ ਸਤਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ, ਭੁੱਖ ਪੈਦਾ ਹੁੰਦੀ ਹੈ, ਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਅਲਾਪਣ ਲੱਗ ਪੈਂਦਾ ਹੈ, ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ ਹੈ। ਜੈਸੇ ਭੁੱਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ ਹੈ। ਸਤਸੰਗ ਦੇ ਵਿੱਚ ਬੈਠਦਿਆਂ ਬੈਠਦਿਆਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ। ਤਰੀਕਾ ਆਪ ਦੇ ਕੋਲ ਪੁੱਛਿਆ ਗਿਆ, ਦੱਸੋ ਨਾਮਦੇਵ, ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ। ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ। ਦੋ ਇੱਟਾਂ ਨੂੰ ਜੋੜਨਾ ਹੈ, ਗਾਰਾ ਚਾਹੀਦਾ ਹੈ। ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ। ਦੋ ਕੱਪੜਿਆਂ ਨੂੰ ਜੋੜਨਾ ਹੈ, ਸੂਈ ਧਾਗਾ ਚਾਹੀਦਾ ਹੈ। ਦੋ ਲੱਕੜਾਂ ਨੂੰ ਜੋੜਨਾ ਹੈ, ਸਰੇਸ਼ ਚਾਹੀਦੀ ਹੈ। ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ, ਕਿਵੇਂ ਜੋੜਿਆ। तो आपदा गुरु ग्रंथ साहब जी महाराज दे च बड़ा कीमती वाक है कि सोयने की सोई रुपए का धागा नामे का चित हरसों लागा। नामदेव ने अपना चित हरि नाल जोड़ लिया। किवें जोड़िया, किस तरह जोड़िया। सूई धागे नाल सी लिया। सूई केड़ी सोने दी, धागा केड़ा चांदी दा। सोने की सुई रुपए का धागा नामे का चित हरसों लागा। सोने दी सुई की है गुरु दा शब्द, गुरु दा मंत्र, गुरमंत्र। ए सोने दी सुई है। धागा की है ओदे च ध्यान जोड़ना, ओदे च सुरत जोड़नी, ए धागा है। जैसे वाहिगुरु वाहिगुरु दा उचारण करिए, ये ते सोने दी सुई है, पर ਇਹਦੇ ਚ ध्यान जोड़िए, ਇਹ धागा है। ते ध्यान ਦੇ ਨਾਲ ਹੀ ਮਨੁੱਖ ਸੁਣ ਸਕੇਗਾ,
ਉਂਝ ਸੁਣ ਵੀ ਨਹੀਂ ਸਕੇਗਾ। जैसे कि एक उच्ची उच्ची बोल रहा होंदा है, दूसरा सुन रहा होंदा है, ते सुनन वाला अचनचेत कह दिंदा मित्रा ये गल फिर आखो नहीं सुनी, क्यों नहीं सुनी? कहंदा मेरा ध्यान किसी होर पासे चला गया। तो ध्यान धागा है। इसनूं गुरु नानक देव जी महाराज इंज कहंदे ने, धुन में ध्यान ध्यान में जानिया गुरमुख अकथ कहानी। तो गुरु दा जो मंत्र है ये सोयने दी सोई है, और इस दे विच जो मैं अपनी सुरत जोड़ी है, ध्यान जोड़िया है, ये धागा है। सुई चलदी रही, धागा नाल चलदा रहा, मेरा हिरदा प्रभु दे नाल सिलदा गया, जुड़दा गया। आम जगत दे देखण दे च आया कि मनुखां कोल सुई ते है, धागा नहीं। राम राम रटन कर रहे ने, ध्यान नहीं है। वाहिगुरु वाहिगुरु दा उच्चारण कर रहे ने, ध्यान नहीं है। तो सोने दी सुई ते चल रही है, धागा नहीं है। बिन धागे बिन सुई आनी, धागे तो बिना सुई की करे? किस तरह सीवेगी, किस तरह जोड़ेगी? तो धुन दे च ध्यान दा जोड़ना, शब्द दे च सुरत दा जोड़ना, मंत्र दे च ध्यान दा जोड़ना इंज है जैसे सुई दे च धागा जो है परोरना। ते इस ढंग नाल जद सुई चलदी है ते नाल धागा चलदा है, मनुख दा हिरदा प्रभु नाल जुड़ जांदा है। यही आप कह रहे ने, सोयने की सुई रुपए का धागा, नामे का चित हर स्यों लागा। हरि नाल चित जुड़ गया, ते हरि ते आनंद स्वरूप है। आनंद स्वरूप नाल जुड़दियां ही आनंदमई अवस्था मनुख दी बन जाती है। गुरु अर्जन देव जी महाराज दा भी फरमान है, चित्ते चित मिलाए ता होवे रंग घना। परमात्मा दे चित नाल तू अपना चित जोड़, अथा रंग बनेगा, अथा सुख बनेगा। क्यों कि मित का चित अनूप, सो मरम न जाने। परमात्मा दा चित अति सुंदर है, आनंदमयी है, रहस्यमयी है, गुण निधान है। प्रभु दा ऐसा चित जिहदे च सारे गुण ने, सारा आनंद है, सारियां सुगंधियां ने, सारा खेड़ा है, सारा सुअपण है। जैसे कोई प्रभु दे चित नाल अपना चित जोड़दा है, जगत दी सारी सुअपण नाल उसने अपना चित जोड़िया, जगत दे सारे संगीत नाल उसने अपना चित जोड़िया। जैसे उस परम संगीत दे नाल ते परम सुअपण दे नाल चित जुड़दा है, मनुख दे अंदर भी परम सुअपण ते संगीत दा जन्म होंदा है। मित का चित अनूप सो मरम न जानै, गाहक गुनी अपार सो तत् पछानै। चित्ते चित मिलाए ता होवे रंग घना, हरहा चंचल चोरे मार ता पावे सुख घना। चूंकि परमात्मा दे चित दे च परम नाद है, परम संगीत है, उस नाल जुड़दियां परम संगीत दियां धुनियां मनुख दे अंदर वजणियां शुरू हो जांदियां। उस दा जिक्र श्री नामदेव जी महाराज अपनी बाणी च इंज करदे ने, अणमणिया मंदल बाजे, बिन सावन घनहर गाजे। बादल बिन बरखा होई, जो तत् विचारे कोई। मेरे अंदर एक ढोल वज रहा है, नामदेव कहंदे ने, लेकिन वो चमड़े दा मड़िया होया नहीं है, पर वज रहा है, अठे पैर वज रहा है, बड़े सुर दे च वज रहा है, बड़े ताल दे च वज रहा है। अणमड़िया मंदल बाजे। अज तक दे तमाम सिरमौर भगतां ने ऐसा आख्या है कि साडे अंदर संगीत दी धुन चल रही है, राग दी धुन चल रही है। ते राग दे जन्मदाते भी संत लोग ने, भगत लोग ने। दरअसल परमात्मा की है परम सुंदरता और परम संगीत, परम रस, परम आनंद। परमात्मा नाल जुड़ना परम आनंद नाल जुड़ना है, परम संगीत नाल जुड़ना है, महान सुअपण नाल जुड़ना है। ये ठीक है कि पुराने समय दे वैदिक ऋषियां ने भी जो ईश्वर दे गुण मने ने, इस ढंग नाल मने ने। सत्यम शिवम सुंदरम, वो सत्य है, शिवम वो प्रकाशमान है, सुंदरम वो अति सुंदर है। सत्य चित आनंद वो सत स्वरूप है, आनंद स्वरूप है। सत सुहान सदा मन चाओ। गुरु नानक देव जी महाराज कहते ने, वो सत है, सुहान वो अति सुंदर है। सदा मन चाओ वो सदी भी खिड़िया है। उसदे चित दे सुंदरता है, दैवी गुणा दी सुअपण है, परम संगीत है। तो परमात्मा नाल जैसे कोई जुड़दा है, परम संगीत नाल जुड़दा है, परम सुअपण नाल जुड़दा है।
परम आनंद नाल जुड़दा है। इस वास्ते नामदेव जी महाराज कहंदे ने कि मेरे अंदर परम आनंद दी छाप लगी है और मेरे अंदर दैवी गुणा दी परम सुंदरता प्रगट हुई है। आप ते साफ कहंदे ने प्रणमे नामदेव ना के बिना ना सोहे 32 लखणा। शरीरक तल ते अगर सुंदरता दे 32 लखण भी मनुख दे कोल होवन, पर दैवी सुंदरता दैवी गुणा दा जो अस्वपन है ये बंदे कोल ना होवे तो 32 लक्षण भी किसे काम दे नहीं। कहो कबीर जैसे सुंदर स्वरूप नाम बिना सब कुबज करूप। भावें कितना ही सुंदर होवे, अत सुंदर कुलीन चतुर मुख ज्ञानी धनवंत मृतक कहिए नानका जे प्रीत नहीं भगवंत। तो नामदेव जी महाराज कहते ने मेरे अंदर परम स्वपन पैदा होया है और परम आनंद पैदा होया है ते परम संगीत दियां धुनियां मेरे अंदर पैदा हो गई ने। नाद वज रहा है अणमणिया मंदल बाजे बिन सावन घन हर गाजे। बिना सावन तो मेरे अंदर बदल गरजदे पै ने। कबीर अंबर घन हर छाया बरख बरे सरताल चातरिक ज्यों तरसत रहे तिनको कौन हवाल। गुरु रूपी बदल मेरे अंदर गरज रहा है, परमात्मा दा गर्जन शुरू है और अमृत नाम दी बरखा मेरे हिरदे ते हो रही है। परम संगीत परम नाद मेरे अंदर छिड़िया होया है और इत्थों गल स्पष्ट हो गई, प्रभु नाल जुड़ना, परम संगीत नाल जुड़ना है, परम हरियावल नाल जुड़ना है, परम आनंद नाल जुड़ना है, परम स्वपन नाल जुड़ना है। श्री नामदेव जी महाराज दे अंदर भावना प्रधान है। दरअसल भगत नामदेव जी महाराज भावना प्रधान पुरुष ने ते जिथे भावना प्रधान है जज्बे प्रधान ने बस ओही भगत है। दो तरह के मनुख ने, कोई अकल दे तल ते जीवदा है, कोई हिरदे दे तल ते जीवदा है। कोई बौद्धिक तल ते जीवदा है, कोई दिल दे तल ते जीवदा है। जीवन दे ये दो ढंग ने। जो बौद्धिक तल ते जी रहा है उस दे अंदर विचार प्रधान होवेगी। जो हिरदे दे तल ते जी रहा है उत्थे भाव प्रधान होवेगा। पर जो ना बौद्धिक तल ते जी रहा है ते ना हिरदे दे तल ते जी रहा है वो मनुष्य ही नहीं है, वो पशु है। पशु इन्हां दोहां थल्लां तो थल्ले ही जीवदा है। इत्थे प्रश्न खड़ा होंदा है भाव प्रधान है कि विचार प्रधान है। दरअसल विचार नाल वस्तु नूं समझना है, हस्ती नूं समझना है और भाव नाल हस्ती नाल जुड़ना है, वस्तु नाल जुड़ना है। अगर भाव ना होए तां जुड़ नहीं सकांगे, विचार ना होए तां समझ नहीं सकांगे। जन्म तो मनुख भाव ही लैके आउंदा है। इस तो एक गल स्पष्ट हो गई कि विचार नालों भाव की आवश्यकता लियादा है, अधिक है। भाव प्रथम है, विचार बाद दे है। भाव करके एक मासूम बच्चा मां नाल संबंध जोड़दा है, पिता नाल संबंध जोड़दा है, भैणां नाल संबंध जोड़दा है, भरावां नाल संबंध जोड़दा है। अजे ते विचार दी दुनिया उत्थे आरंभ ही नहीं हुई, अजे ते भाव दी दुनिया। कहंदे ने परमात्मा नूं समझण दे विच ही ज्ञानियां दा समां लंघ जांदा है और फिर भी पूरा समझना उसनूं कठिन है। थोड़ा जिहा जो तू समझे उहनूं हुण अपनी जिंदगी दे विच प्रयोग दे च लिया तो हुण जज्बा पैदा कर, भाव पैदा कर, श्रद्धा पैदा कर ते उस नाल जुड़। जितना भी तू विचारेगा विचारां दी पहुंच उस प्रभु तक नहीं होवेगी। थोड़ी बहुत जो विचार दे राही तेनू झलक मिली है तो हुण जुड़न दी कोशिश कर। पर विचारां दी दुनिया जो बहुत अगे लंघ जाए, महान दार्शनिक हो जाए, महान फिलोसफर हो जाए तो फिर उस लई जज्बियां नू पैदा करना बहुत कठिन हो जाता है। उर्दू दे अजीम शायर इकबाल दा ऐसा कहना है, तेरे सीने में दम है दिल नहीं है, तेरा दम गर्म ये महफिल नहीं है, निकल जा अकल से आगे के ये नूर, चिरागे राह है मंजिल नहीं है। ऐ बंदे अकल दी दुनिया तो अगे लंघ जा, जज्बियां दी दुनिया च पहुंच, वलवलियां दी दुनिया च पहुंच, भावना दी दुनिया च पहुंच। जे तू कोई रस लेना है, स्वाद लेना है, आनंद लेना है।
ਹਕੀਕਤ ਹੈ ਅਕਲ ਤੇ ਰਸਤੇ ਦਾ ਦੀਵਾ ਹੈ, ਅਕਲ ਤੇ ਰਸਤੇ ਦਾ ਚਾਨਣਾ ਹੈ। ਤੇ ਹੁਣ ਦੀਵੇ ਦੀ ਹੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਿਲੇ ਮਕਸੂਦ ਤੱਕ ਪਹੁੰਚਣਾ ਕਠਿਨ ਹੋ ਜਾਏਗਾ। ਆਮ ਆਖਿਆ ਜਾਂਦਾ ਹੈ ਕਈ ਦਫਾ ਅੰਧੀ ਸ਼ਰਧਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਹੈ, ਪਰ ਕਈ ਦਫਾ ਵਿਚਾਰਾਂ ਦੀ ਪ੍ਰਕਰਮਾ ਕਰਨ ਵਾਲਾ ਵਿਚਾਰਾਂ ਦੇ ਵਿੱਚ ਹੀ ਫਸਾ ਰਹਿ ਜਾਂਦਾ ਹੈ ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ। ਵਿਚਾਰਕ ਆਪਣੇ ਵਿਚਾਰਾਂ ਦੇ ਵਿੱਚ ਹੀ ਕਈ ਦਫਾ ਉਲਝ ਕੇ ਜੋ ਹੈ ਰਹਿ ਜਾਂਦਾ ਹੈ। ਹਜ਼ਾरों साल फिलॉसफी की तना तनी रही, खुदा की बात जहां पे थी वहीं पे रही। आखिर कितना भी खपीए कितना भी विचारीए ਤਾਂ ਵੀ ਵਿਚਾਰਦਿਆਂ ਵਿਚਾਰਦਿਆਂ ਪਤਾ ਚੱਲਦਾ ਹੈ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਖੜੇ ਹਾਂ, ਇੱਕ ਕਦਮ ਵੀ ਅੱਗੇ ਨਹੀਂ ਵਧੇ। ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚਲੇ ਕਿ ਉਹ ਸਾਡੇ ਵਿਚਾਰਾਂ 'ਚ ਨਹੀਂ ਆਉਂਦਾ, ਉਹ ਸਾਡੀ ਸੋਚ ਮੰਡਲ ਦੇ 'ਚ ਨਹੀਂ ਆਉਂਦਾ, ਉਹ ਸਾਡੀ ਬੌਧਿਕ ਪਕੜ ਦੇ 'ਚ ਨਹੀਂ ਆਉਂਦਾ, ਬਸ ਉਸੇ ਛਣ ਚਾਹੀਦਾ ਹੈ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇਵੇ, ਸ਼ਰਧਾ ਨੂੰ ਜਨਮ ਦੇਵੇ, ਵਿਸ਼ਵਾਸ ਨੂੰ ਜਨਮ ਦੇਵੇ, ਭਾਵਨਾ ਨੂੰ ਜਨਮ ਦੇਵੇ। तो भगत नामदेव जी महाराज भाव प्रधान पुरुष ने और आप दे अंदर जदों थोड़ा जिहा भी भाव कमजोर होंदा है, थोड़ा जिहा भी प्रेम पिछे हटदा है तां आप तड़प के कहंदे ने मोहे लागती ताला बेली, बछरे बिन गाय अकेली, पानियां बिन मीन तलफे, त्यों राम नाम बिन बापरो नामा। मैं ते तड़पदा हे प्रभु तेरे विछोड़े च इंज जैसे पानी तो बिना मछली तड़पदी है, जिन्हें गऊ मां तो बिना उसका बछड़ा वो तड़पदा है, व्याकुल होंदा है, पुकारदा है और उच्ची धुन नाल आवाज मारदा है, हे प्रभु जद भी रंचक मात्र भी विछोड़ा होवे ते विछोड़ा की है जज्बियां दा कमजोर होना, भावनावां दा कमजोर होना, शरधा दा छीण होना, प्रेम दा थोड़ा जिहा बुझना, बस उस दे नाल ही भगतां दे अंदर तड़पणी शुरू हो जाती है। कारण कि प्रेम दी अधकता, भावना दी अधकता, शरधा दी अधकता आनंद नूं जन्म देंदी है, रस नूं जन्म देंदी है। शरधा घटी, भावना घटी, प्रेम घटिया, रस घट जाता है। और बिल्कुल प्रेम नहीं, बिल्कुल शरधा नहीं, बिल्कुल भावना नहीं, तो देखिया गया बिल्कुल कथा कीर्तन दे रस नहीं रह जाता, बिल्कुल सतसंग दे रस नहीं रह जाता। रस ते तां हुण बनेगा जे इस शब्द नाल, कथा नाल, कीर्तन नाल भावना जोड़ीए, शरधा जोड़ीए, प्रेम जोड़ीए, तो फिर रस दी गंगा वग तुरदी है और प्रेम मनुख नूं तृप्ति दे जांदा है। शरधा भावना वाला मनुख अठे पैर तृप्त रहिंदा है, शुकराने विच रहिंदा है। जिनी चाखिया प्रेम रस से तृप्त रहे आघाए। बौद्धिक तल ते जीण वाला बंदा ओ अक्सर गिलियां विच जीवदा है। हे प्रभु मैं इतना कीता ते प्राप्त की होया। बौद्धिक तल ते जीवन वाला मनुख अक्सर व्यापारी ही हो जाता है। तो दुनिया दे चोटी दे व्यापारी समझ लेने चाहिए ने कि बौद्धिक तल ते जी रहे हैं, हिरदे दे तल ते नहीं। ते दुनिया भर दे चोटी दे संत भगत उन्हां बारे कहना पएगा ये हिरदे दे तल ते जी रहे हैं, बुद्धि दा प्रयोग करदे ने पर जीवन दा केंद्र हिरदा है। व्यापारी आम दुनियादार बंदा बौद्धिक तल ते जीवदा है, विचारां दे तल ते जीवदा है। शरधा दा ते एवें कदी कदी अपनी गरज दी पूर्ति लई इस्तेमाल करदा है, वरतों करदा है और इस तरीके नाल शरधा भी अपवित्र हो जाती है। इस तरीके नाल वो प्रेम भी धुंधला ते मैला होंदा है। तो भगत नामदेव जी महाराज कहंदे मैं ते इंज तड़पदा हे प्रभु तेरे विछोड़े च। ते विछोड़ा उदों ही आउंदा है जद प्रेम मध्यम पैंदा है, जद शरधा छीन आउंदी है, जद किधरे भावना नूं सट लगदी है, जद किधरे विश्वास कमजोर होंदा है, उदों रस आनंद और सुकून भी एक पासे हो जाता है। तो तड़पना ते कुदरती गल है, शुरू होवेगी मोहे लागती ताला बेली, बछरे बिन गाय अकेली। इस तरह भावपूर्वक जीवन व्यतीत करने वाले ने श्री नामदेव जी महाराज। सिर्फ आप दे अंदर भावना ही प्रधान नहीं,
बल्कि आप दे कोल विचार भी ने। ऐसा ना समझ लिया जाए कि भगत विचार बिल्कुल नहीं रखते, नहीं, उन्हां दे जीवन दा केंद्र ते शरधा है, उन्हां दे वरतन वलेवे दे विचार ने। ਉਹ ਵਸਤੂ ਨੂੰ ਸਮਝਦੇ ਨੇ, ਵਿਚਾਰ ਨਾਲ ਜੁੜਦੇ ਨੇ, ਭਾਵਨਾ ਨਾਲ ਪਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ ਤਾਂ ਪਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਏ। ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਝ ਪੜ੍ਹਿਆ ਲਿਖਿਆ ਹੋਵੇ ਤਾਂ ਵੀ ਉਹ ਤੈਨੂੰ ਸੂਝ ਨਹੀਂ ਰੱਖੇਗਾ ਜਿਤਨੀ ਕਿ ਭਗਤ ਕੋਲ ਹੈ। एक अनपढ़ भगत कोल भी जितना परमात्मा दा ज्ञान है उतना चोटी दे पढ़े लिखे कोल भी नहीं होवेगा, क्योंकि भगत ते जुड़े है, भगत ने ते रस माणे है, भगत नूं ते उसदी होंद दा पूर्ण तौर ते पता है क्योंकि वो जुड़िया होया है। ते फिलोसफर दार्शनिक विचार वो ते सिर्फ विचार कर रहे है, वो ते सिर्फ विचारां दे तल ते जी रहे है। इस वास्ते भगतां ने ऐसा आख्या भी है। भगत सिरमौर श्री रविदास जी महाराज कहते ने, पढ़िए गुणिए नाम सब सुनिए, अनुभव भाव न तरसे, लोहा कंचन रिंड होए कैसे, जो पारस नह परसे। श्री कबीर जी महाराज दा भी ऐसा कहना है, हर जस सुने न हर गुण गावे, बातन ही असमान गिरावे, ऐसे लोगन स्यों क्या कहिए, जो प्रभ किए भगत ते बाहज, तिन ते सदा डराने रहिए। ये भगत विचारां दा ते सिर्फ प्रयोग करते ने, जीवदे ने हिरदे दे तल ते, भावना दे तल ते। और जब भावना करके प्रभु नाल जुड़दे ने तो इन्हां दे अंदरों जो गीत फुटदे ने, जो ज्ञान फुटदा है, वो इस तरह है जैसे कि पहाड़ां दे चों कोई झरना वग तुरिया है। श्री नामदेव जी महाराज दे विचार कितने बुलंद ने, ज्ञान कितना महान है, उन्हां दे एक पावन पवित्र शब्द तो पता चलता है। आम गाथा है और वो भाई साहब भाई गुरदास जी ने भी लिखी है कि कम किते प्यो चलिया, नामदेव नू आख सुनाया। नामदेव नू सारी गल सुना दी। ठाकुर दी सेवा करी, घर दे मूर्तियां रखियां सन ते नामदेव नू कहंदे ने तू अमृत वेले उठना है, तू ठाकरां नू इशनान कराण लई नदी तो मांजी हुई गागर दे झल भर के लियावना है। पवित्र गागर दे जल भर के लियावना है ते ठाकरां नू इशनान कराना है। बगीचे दे जाके फुल तोड़ने ने, बगिया दे जाके ते तोड़े हुए फुल्लां दी माला बना के ठाकर दे गल दे पानी है। सिर्फ इतना ही नहीं, घर दे जेड़ी कपिला गऊ है उसदा दुध चो के तू ठाकरां नू पिलाना है। ये सारा कर्म जो उन्हां दा पिता नित करदा सी, क्योंकि अज किधरे बाहर काम कार लई जा रहे है तो नामदेव नू कह दिता है जितने चिर तक मैं ना आवां ए सारा पूजा, ए सारा अर्चा बंधन तू करना है। अमृत वेले बने हुए रोजाना दे सुभाव मुताबिक आप उठे ने ब्रह्म मुहूर्त दे गागर पित्तल दी सिर ते रखी है, नदी दे तट ते गए ने, गागर खूब मांजी है, इशनान कीता है, गागर नू भरिया है तां आप दी दृष्टि जल जंतुआं ते पै गई, मछलियां ते पै गई, कुछ मेंढक सन उन्हां ते पै गई, कुछ कछुए सन उन्हां ते पै गई। आप दे अंदरों अमर गीत दा झरना इंज फुटिया, आनी ले कुंभ भराई ले उदक, ठाकर कोई स्नान करो, पर 42 लख जीव जल में होते, बिठल भेला काहे करो। महाराष्ट्र दे प्रभु दा एक नाम बिठल भी है, उसे दा ही आप प्रयोग करते ने। बिठल नाम दा एक मंदिर भी है, बिठल मंदिर पंडरपुर दे और वो तीरथ है और बहुत वड्डी पूर्णमाशी वाले दिन भीड़ रहती है। श्री नामदेव जी महाराज कहते हैं, ऐ बीठल दस मैं की करा, मैं पानी भरे है, गागर मांझी है, तेनू इशनान कराना है, पर करा कि पानी पवित्र नहीं है। क्यों कि 42 लख जूनियां ते आखिर पानी दे च ने, ते ओ सारा क्रिया कर्म पानी दे च ही करदियां ने। जन्म उन्हां दा पानी दे च, जीवन उन्हां दा पानी दे च, मरण उन्हां दा पानी दे च,
ਸਾਰੀ ਕਿਰਿਆ ਪਾਣੀ ਦੇ ਚ, ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ ਹੈ। ਪੁਰਾਣੇ ਸ਼ਾਸਤਰਾਂ ਦੀ ਗਣਤ ਦੇ ਮੁਤਾਬਕ 84 ਲੱਖ ਜੋਨੀਆਂ ਨੇ, ਜਿਹਦੇ ਚੋਂ 42 ਲੱਖ ਜਲ ਦੇ ਚ ਨੇ, 21 ਲੱਖ ਥਲ ਜੰਤੂ ਨੇ, ਔਰ 21 ਲੱਖ ਨਭ ਜੰਤੂ ਨੇ, ਆਕਾਸ਼ ਦੇ ਚ ਉੱਡਣ ਵਾਲੇ। ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ, ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋ ਨਾਮਦੇਵ ਕਹਿੰਦੇ ਨੇ, ਜਦ ਜੀਵਨ ਪਾਣੀ ਦੇ ਚ ਹੈ, ਜਨਮ ਪਾਣੀ ਦੇ ਚ ਹੈ, ਮਰਨ ਪਾਣੀ ਦੇ ਚ ਹੈ, ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ, ਇਹ ਤੇ ਅਪਵਿੱਤਰ ਹੈ। हे ਪ੍ਰਭੂ, ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਣਾ। ਖਾਲੀ ਗਾਗਰ ਲੈ ਕੇ ਆ ਗਏ ਔਰ ਸੋਚ ਰਹੇ ਨੇ ਅੱਜ ਠਾਕਰਾਂ ਨੂੰ ਇਸ਼ਨਾਨ ਨਹੀਂ ਕਰਾਣਾ, ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾਂ ਨੂੰ ਅਪਵਿੱਤਰ ਕਰਨਾ ਹੋਵੇਗਾ। ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ, ਗਾਲਬਨ 11 ਸਾਲ ਦੀ ਉਮਰ ਦੇ ਵਿੱਚ। ਛੋਟੇ ਨੇ, ਬੱਚੇ ਨੇ, ਪਿਤਾ ਬਾਹਰ ਜਾ ਰਿਹਾ ਹੈ ਤੇ ਪੁੱਤਰ ਨੂੰ ਸਮਝਾਇਆ ਹੈ, ਇਹ ਸਭ ਕੁਝ ਤੂੰ ਰੋਜ਼ ਕਰਨਾ ਹੈ, ਪਰ ਇਸ ਮਾਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪ੍ਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ। ਆਪ ਕਹਿੰਦੇ ਨੇ, ਨਹੀਂ, ਇਹ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ हे ਪ੍ਰਭੂ, ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ। ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆ ਦੇ ਚ ਗਏ। ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭੌਰੇ, ਤਿਤਲੀਆਂ। ਆਪ ਦੇਖਦੇ ਆਂ ਇੱਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ। ਆਪ ਕਹਿੰਦੇ ਨੇ, ਫੁੱਲ ਵੀ ਪਾਵਨ ਨਹੀਂ ਨੇ, ਪਵਿੱਤਰ ਨਹੀਂ ਨੇ, ਇਹਨਾਂ ਦਾ ਰਸ ਤੇ ਭੌਰੇ ਲੈ ਜਾਂਦੇ ਨੇ, ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ, ਤਿਤਲੀਆਂ ਕੱਢ ਕੇ ਲੈ ਜਾਂਦੀਆਂ ਨੇ। ਲਿਹਾਜ਼ਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ, ਹੇ ਠਾਕਰ, ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ, ਜਦ ਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ, ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ, ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ। ਆ ਨੀਲੇ ਫੂਲ ਪਰੋਈ ਲੈ ਮਾਲਾ, ਠਾਕਰ ਕੀ ਹੋਂ ਪੂਜ ਕਰੋ, ਪਰ ਪਹਿਲੇ ਬਾਸ ਲਈ ਹੈ ਭੌਰੇ, ਬੀਠਲ ਭੇਲਾ ਕਾਹੇ ਕਰੋ। ਹੂ ਬਹੁ ਇਸ ਤਰ੍ਹਾਂ ਦਾ ਵਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਓ, ਅਵਰ ਨਾ ਫੂਲ ਅਨੂਪ ਨਾ ਪਾਓ, दूध ता बछरे थनो बिडारियो, फूल भवर जल मीन बिगारियो। हे प्रभु, मैं किवें पानी नाल तैनू इशनान करावां, वो ते जल अपवित्र कर दिता मीन ने, फुल ते अपवित्र कर दिते ने, भौरियां ने, तितलियां ने, शहद दियां मक्खियां ने। हुण आप नूं ख्याल आया कि तीजा कम पिता ने सौंपिया सी, कपिला गऊ दा दुध ठाकरां नूं पिलाना है। तो अपनी माता नूं आख्या, गऊ चो दिओ, दुध चाहीदा है। नामदेव दी माता ने गऊ दा बछड़ा खोलिया, बछड़ा थण चूंगण लग पिया ते नामदेव जी महाराज अपनी मां नूं कहंदे ने, पहले ये बछड़ा दुध पीएगा। हाँ मेरे बच्चे, पहले बछड़ा दुध पीएगा तां ही गऊ दुध देंदी है। तो आप कहने लगे, मां मैनू ये दुध नहीं चाहिदा, इस दुध दा भोग मैं ठाकरां नूं नहीं लवाणा। क्यों? आनी ले दूध रिधाई ले खीरन, ठाकर को नैवेद करो, पर पहले दूध बितारियो बछरे, बिठल भेला काहे करो। हे बिठल, दस मैं की करा, ये दुध ते पहले चुंग गया बछड़ा, उन्हें अपवित्र कर दिता है। थणा दे दूध ता बछरे थनो बिटारियो। भगत रविदास जी महाराज कहते ने, आनी ले दूध रिधाई ले खीरन, ठाकर को नैवेद करो, पर पहले दूध बिटारियो बछरे, बिठल भेला काहे करो। हे बिठल दस मैं की करा, दुध ते अपवित्र हो गया, ये ते पहले बछड़े ने पी लिया ते मैं ते तेनू पहले भोग लवाना सी, पर ये ते बछड़ा ही पहले भोग ला गया और थणा दे च ही झूठा कर गया, तो मैं इसका भोग लवावां ते किवें लवावां। अज पूजा नहीं हुई, अज ठाकरां दा इशनान नहीं होया, अज ठाकरां दे अगों दुध नहीं रखिया गया, दुध नहीं पिलाया गया। आप बैठे ने सोच दे च पिता नाराज होवेगा, पिता औखा होवेगा।
इस तरह दीयां सोचां दे च आप पए ने ते आप दे अंदरों अमर धुनी इंज उठी, ईबे बीठल ऊबे बीठल, बीठल बिन संसार नहीं, थान थनंतर प्रणवे नामा, पूर रहो तू सर्वमही। हे प्रभु, जद मैं सोचिया कि तैनू इशनान करावां तां तू मच्छी हो के पहले आप ही जल दे च इशनान कर रहे हैं, मैं तेनू की इशनान करावां। हे प्रभु, जद मैं तेनू सोचिया, तेरे बारे सोचिया कि इशनान करावां तां ये भी विचार पैदा होए कि इशनान तो उसनू कराया जाता है जो मैला हो जाए। क्या तू मैला हो जाना है? साहब कहते ने गुरु अर्जन देव जी महाराज, हम मैले तुम उजल करते, हम निर्गुण तू दाता। तू ते उज्जल है, तू ते पावन है, तू ते पवित्र है, मैले ते असी हो जाने हैं। साडा तन मैला, साडा मन मैला। हे प्रभु, तू ते निर्मल है, तू ते स्वच्छ है, तू ते पावन है, तू ते अति पवित्र है। तो श्री नामदेव जी महाराज कहते ने, इशनान ते मैं तेनू तां करावां कि तू मैला होवे, पर तू ते कदी मैला होंदा ही नहीं। और तेनू की इशनान करावां, तू जल जंतु होके अठे पैर जल दे च रह रहे हैं, सागरां दे च रह रहे हैं, दरियावां दे च रह रहे हैं, झीलां दे च रह रहे हैं, तेनू की इशनान करावां। इंज ब्रह्म ज्ञान दा पूर्ण बोध भगत नामदेव जी महाराज दे अंदरों पैदा होया। हे प्रभु, जल दे च तू, मच्छी दे च तू, तू ते व्यापक है। ईबे बीठल ऊबे बीठल, बीठल बिन संसार नहीं, थान थनंतर प्रणवे नामा, पूर रहो तू सर्वमही। श्री नामदेव जी महाराज अगां फुल्लां बारे ऐसा कहंदे ने, हे प्रभु, जद मैं सोचिया कि तेनू फुल्लां दी माला बना के पहनावां ते तू तितली होके, शहद दी मक्खी होके, भौरा होके आप ही पहले रस ले लेना है। तेनू की मैं माला पहनावां। जद मैं सोचिया तेनू दुध पिलावां, पर तू बछड़ा होके आप ही पहले दुध पी लेना है, आप ही भोग ला लेना है। गऊ तू, बछड़ा तू, दुध तू ही तू है। ईबे बीठल ऊबे बीठल, बीठल बिन संसार नहीं, थान थनंतर प्रणवे नामा, पूर रहो तू सर्वमही। इत्थों ऐसा भी पता चलता है कि श्री नामदेव जी महाराज निर्गुण ब्रह्म दे उपासक ने, व्यापक ब्रह्म दे उपासक ने। आप दे ऐसे बोल भी ने, हिंदू पूजे देहुरा, मुसलमान मसीत, नामे सोई सेविया, ना देहुरा ना मसीत। हिंदू लभदा है मूर्तियां दे च प्रभु नूं, मुसलमान लभदा है खानकाह दे चों। पर नामदेव जी महाराज कहंदे, मैं ते जिधर देखदा तेरे तो बिना कुछ है ही नहीं, तू ही तो है। इसनों श्री नंदलाल जी महाराज ने इंज बयान कीता है, ब्राह्मण मुश्ताक के बुत, जाहिद फिदाए खानकाह, हर कुजा जामे मुहब्बत, दीदायम सरशारस्त। ब्राह्मण लभदा है तेनू बुतां दे चों, और मुस्लिम लभदा है तेनू खानकाह दे चों, पर हर कुजा जामे मुहब्बत, मैनू ते हर थां ते तेरी मोहब्बत, तेरा प्यार ही दिखाई देंदा है। चाहे वह मंदिर है, चाहे वह मस्जिद है, हर पासे तू ही तो है। तो श्री नामदेव जी महाराज कहते, हिंदू पूजे देहोरा, मुसलमान मसीद, नामे सोई सेविया, ना देहोरा ना मसीद। तो फिर किथे है? जे मंदिर ते मस्जिद विच नहीं तो फिर किथे है? तो नामदेव कहते, सबे घट राम बोले, राम बोले, रामा बोले, राम बिना को बोले रे। मेरा राम घट घट दे च बोल रहा है, और राम तो बिना कौन बोल सकता है? राम ही बोल रहा है। पशुआं दे च राम ही बोल रहा है, पक्षियां दे च राम ही बोल रहा है, मनुखां दे च राम ही बोल रहा है, पवन दी शां दे च राम ही बोल रहा है, सागर दे गर्जन दे च, बदलां दे गर्जन दे च, और सागर दी गर्जन दे विच ही नहीं प्रभु बोल रहा है, कोयल दी कूह दे च, बुलबुलां दे चहचहाण दे च। हे प्रभु, तू ही ते बोल रहे हैं। सबे घट राम बोले, राम बोले, रामा बोले, राम बिना को बोले रे। हे प्रभु, तू ही बोल रहे हैं, सब घट दे अंदर बोल रहे हैं। तो इस तरह जो व्यापक ब्रह्म है, इस तरह का जो व्यापक परमात्मा है,
ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ। ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪ੍ਰਭੂ ਇੱਕ ਵਿਆਪਕ ਸਤਾ ਹੈ। ਉਹ ਅਖੰਡ ਜੋਤੀ ਹੈ, ਖੰਡਿਤ ਨਹੀਂ ਹੈ, ਟੁਕੜਿਆਂ ਟੁਕੜਿਆਂ ਵਿੱਚ ਨਹੀਂ ਹੈ, ਅਖੰਡ ਜੋਤੀ ਹੈ, ਵਿਆਪਕ ਹੈ। ਪਰ ਉਸ ਤੱਕ ਕਿਵੇਂ ਪਹੁੰਚੀਏ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ, ਨਾਮਦੇਵ ਦੇ ਇਹ ਆਖਰੀ ਬੋਲ ਆਪ ਜੀ ਦੇ ਸਮਕਸ਼ ਭੇਟ ਕਰਾਂ। ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ, ਜਿਉ ਜਲ ਮਾਂਝੇ ਮਾਛ ਲੋ, ਮਾਰਗ ਪੇਖਣੋ ਨਾ ਜਾਈ, ਜਿਉ ਆਕਾਸ਼ੇ ਪੰਖੀ ਅਲੋ, ਖੋਜ ਨਿਰਖੋ ਨਾ ਜਾਈ। ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ, ਕਿਵੇਂ ਪਹੁੰਚੀਏ, ਮਾਰਗ ਕੀ ਹੈ, ਆਖਿਰ ਰਸਤਾ ਕੀ ਹੈ। ਤੋ ਨਾਮਦੇਵ ਕਹਿੰਦੇ ਨੇ, ਜੈਸੇ ਜਲ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਹੈ, ਉਂਝ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ, ਬਣਾ ਬਣਾਇਆ ਕੋਈ ਮਾਰਗ ਨਹੀਂ ਹੈ, ਚੱਲਦਿਆਂ ਹੀ ਮਾਰਗ ਬਣਦਾ ਹੈ। ਆਸਮਾਨ ਦੇ ਉੱਤੇ ਬਣੇ ਬਣਾਈ ਕੋਈ ਸੜਕ ਨਹੀਂ ਹੈ, ਪੰਛੀ ਉੜਦਾ ਹੈ ਤੇ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ, ਉਂਝ ਕੋਈ ਰਸਤਾ ਨਹੀਂ, ਬਸ ਉੜਦਿਆਂ ਹੀ ਰਸਤਾ ਬਣਦਾ ਹੈ। ਤੇ ਮੱਛੀ ਦੇ ਚੱਲਦਿਆਂ ਹੀ ਸਾਗਰ ਦੇ ਵਿੱਚ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ। ਮਨੁੱਖ ਜੈਸੇ ਜੈਸੇ ਰਾਮ ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ, ਰਾਮ ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ। ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ, ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਦਿੰਦਾ ਹੈ, ਤਾਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ। ਬਣਾ ਬਣਾਇਆ ਮਾਰਗ ਨਹੀਂ ਹੈ। ਇੱਥੇ ਜਪਦਿਆਂ ਮਾਰਗ ਬਣੇਗਾ, ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ। ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬਣਾਈਆਂ ਸੜਕਾਂ ਮਿਲ ਸਕਦੀਆਂ, ਚੱਲਣਾ ਸਾਨੂੰ ਪੈਂਦਾ ਹੈ, ਸੜਕ ਨਹੀਂ ਬਣਾਉਣੀ ਪੈਂਦੀ। ਪਰ ਇੱਥੇ ਅਧਿਆਤਮਕ ਮੰਡਲ ਦੇ ਉੱਤੇ ਐਸਾ ਹੈ ਕਿ ਅਸੀਂ ਜਦ ਚਲਾਂਗੇ ਤਾਂ ਚੱਲਦਿਆਂ ਹੀ ਸੜਕ ਬਣੇਗੀ। ਜੈਸੇ ਅਸੀਂ ਪ੍ਰਿਥਵੀ ਤੇ ਵੀ ਕਈ ਦਫਾ ਦੇਖਦੇ ਹਾਂ ਕਿ ਲਗਾਤਾਰ ਮਨੁੱਖ ਕਿਸੇ ਇੱਕ ਥਾਂ ਤੋਂ ਲੰਘਣ ਤਾਂ ਆਪਣੇ ਆਪ ਪਗਡੰਡੀ ਬਣ ਜਾਂਦੀ ਹੈ, ਇੱਕ ਰੇਖਾ ਬਣ ਜਾਂਦੀ ਹੈ, ਇੱਕ ਮਾਰਗ ਬਣ ਜਾਂਦਾ ਹੈ। ਅਧਿਆਤਮਕ ਮੰਡਲ ਵਿੱਚ ਐਸਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ, ਬਸ ਆਰੰਭ ਕਰਦਿਆਂ ਹੀ ਮਾਰਗ ਬਣਦਾ ਹੈ। ਜੈਸੇ ਮੱਛੀ ਚਲੇ ਤਾਂ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ। ਇੱਥੇ ਇੰਜ ਪਹੁੰਚਣਾ ਹੈ ਪ੍ਰਮਾਤਮਾ ਤੱਕ, ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ, ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ। ਇਸ ਨੂੰ ਖੋਲਿਆ ਪਰਮ ਦਾਰਸ਼ਨਿਕ ਸੰਤ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਨੇ। ਗੁਰਮੁਖ ਖੋਜ ਅਗੰਮ ਹੈ, ਜਿਉ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਖ ਹੈ, ਜਿਉ ਆਕਾਸ਼ੇ ਪੰਖ ਉਡੰਦਾ। ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਹੈ, ਜਿਵੇਂ ਸਾਗਰ ਦੇ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਹੈ, ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ, ਬਿਨਾਂ ਮਾਰਗ ਦੇ ਉੜਦਿਆਂ ਹੀ ਮਾਰਗ ਬਣਦਾ ਹੈ, ਚੱਲਦਿਆਂ ਹੀ ਮਾਰਗ ਬਣਦਾ ਹੈ। ਇਸ ਤਰ੍ਹਾਂ ਗੁਰੂ ਕਾ ਸਿੱਖ ਜਦ ਜਪਦਾ ਹੈ ਤਾਂ ਜਪਦਿਆਂ ਹੀ ਜਪਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ, ਈਸ਼ਵਰ ਤੱਕ ਪਹੁੰਚ ਜਾਂਦਾ ਹੈ, ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ। ਹੂ ਬਹੂ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਝ ਕਹਿ ਰਹੇ ਨੇ, ਮਾਰਗ ਬਣਾ ਬਣਾਇਆ ਨਹੀਂ ਹੈ। ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲੀਨਤਾ ਨਸੀਬ ਹੋਵੇਗੀ। ਰਾਮ ਨਾਮ ਦੇ ਚ ਲੀਨ, ਬਿਠਲ ਬਿਠਲ ਦੇ ਚ ਲੀਨ। ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਬਿਠਲ ਦੇ ਚ ਲੀਨ ਕਰਦੇ ਰਹੇ, ਰਾਮ ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ ਅਨੇਕਾਂ ਨੂੰ ਆਪ ਨੇ ਰਾਮ ਦੇ ਚ ਲੀਨ ਕੀਤਾ, ਬਿਠਲ ਦੇ ਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ, ਸਰੀਰਕ ਤੌਰ ਤੇ ਵੀ ਉਸ ਬਿਠਲ ਦੇ ਚ ਲੀਨ ਹੋ ਗਏ, ਉਸ ਪ੍ਰਭੂ ਦੇ ਚ ਲੀਨ ਹੋ ਗਏ। ਔਰ ਇਹ ਲੀਨਤਾ ਐਸੀ ਹੋਈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ज्योति ज्योत रली संपूर्ण थिया राम।